ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਹੁਣ ਵਿਵਾਦ ਲਗਾਤਾਰ ਭਖਦਾ ਪਿਆ। ਬੀਤੇ ਦਿਨੀ ਇੱਕ ਜਾਣਕਾਰੀ ਸਾਹਮਣੇ ਆਈ ਕਿ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀਡੀਓ ਸੌਂਪ ਦਿੱਤੀ ਜਾਂਦੀ ਹੈ ਭਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ। ਉਸ ਤੋਂ ਬਾਅਦ ਪਾਰਟੀ ਵਰਕਰ ਅਧਿਕਾਰੀ ਤੇ ਖਾਸ ਕਰਕੇ ਇੱਕ ਮੰਤਰੀ ਵਿਵਾਦਾਂ ਵਿੱਚ ਘਿਰਦੇ ਨੇ। ਇੱਕ ਵੀਡੀਓ ਇੱਕ ਹੋਰ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਕਹਿੰਦਾ ਹੈ ਕਿ ਇਹ ਸਭ ਕੁਝ ਜੋ ਸੁਖਪਾਲ ਖਹਿਰਾ ਨੇ ਰਾਜਪਾਲ ਨੂੰ ਵੀਡੀਓ ਸੌਂਪੀ ਹੈ ਉਸ ਦੇ ਵਿੱਚ ਜੋ ਕੁਝ ਹੈ ਉਹ ਸਾਰਾ ਕੁਝ ਮੇਰੇ ਨਾਲ ਹੋਇਆ। ਐਸਸੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ, ਆਪਣੀ ਜਾਨ ਨੂੰ ਖਤਰਾ ਦੱਸ ਦਿੱਤਾ ਜਾਂਦਾ ਹੈ। ਹੁਣ ਉਸ ਪੂਰੇ ਮਾਮਲੇ ਨੂੰ ਨਿਬੇੜਦੇ ਹੋਏ ਇੱਕ SIT ਦਾ ਗਠਨ ਕਰ ਲਿਆ ਗਿਆ। ਚੋਣਾਂ ਦਾ ਮਾਹੌਲ ਹੈ, ਜਲੰਧਰ ਜ਼ਿਮਨੀ ਚੋਣਾਂ ਪੈ ਰਹੀਆਂ ਨੇ, ਅੱਜ ਵੋਟਾਂ ਦਾ ਦਿਨ ਹੈ ਤੇ ਦੂਜੇ ਪਾਸੇ SIT ਦਾ ਗਠਨ ਹੋ ਗਿਆ। SIT ਦੇ ਗਠਨ ਨੂੰ ਲੈ ਕੇ ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਸਿੱਧੇ ਨਿਸ਼ਾਨੇ ਨੇ ਕਿ SITਆਂ ਤਾਂ ਬਣਦੀਆਂ ਹੀ ਤਾਂ ਨੇ ਤਾਂ ਕਿ ਲੋਕਾਂ ਦਾ ਧਿਆਨ ਹਟਾ ਕੇ ਵੋਟਾਂ ਵੱਲ ਕੀਤਾ ਜਾ ਸਕੇ, ਲੋਕਾਂ ਨੂੰ ਇੰਨੀ ਸੰਤੁਸ਼ਟੀ ਦਿੱਤੀ ਜਾ ਸਕੇ ਕਿ SIT ਆਪਣੇ ਆਪ ਨਿਬੇੜਾ ਕਰ ਦੇਵੇਗੀ। ਖੈਰ, ਇਹਨਾਂ ਇਲਜ਼ਾਮਾਂ ਦੇ ਤਹਿਤ ਹੁਣ ਵੱਡਾ ਇਲਜ਼ਾਮ ਹੋਰ ਲੱਗ ਰਿਹਾ ਪਿਆ। SIT ਨੂੰ ਲੈ ਕੇ ਇਲਜ਼ਾਮ ਲੱਗਦਾ ਪਿਆ SIT ਦੇ ਵਿੱਚ ਤਾਇਨਾਤ ਨੇ SSP ਰੈਂਕ ਦੇ ਅਧਿਕਾਰੀ, ਔਰ SSP ਰੈਂਕ ਦੇ ਅਧਿਕਾਰੀਆਂ ਦੇ ਵਿੱਚ ਦੋ ਅਧਿਕਾਰੀਆਂ ਦਾ ਖਾਸ ਨਾਮ ਆ ਰਿਹਾ ਜਿਹੜੇ ਕਿ SSP ਗੁਰਦਾਸਪੁਰ ਤੇ SSP ਪਠਾਨਕੋਟ ਨੇ। ਇਹਨਾਂ ਦੋਵਾਂ ਅਧਿਕਾਰੀਆਂ ਨੂੰ ਲੈ ਕੇ ਵੀ ਚਰਚਾ ਬਣੀ ਹੋਈ ਹੈ। ਇਸ SIT ਦੇ ਗਠਨ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਤੇ ਜਿਹੜੇ ਮੰਤਰੀ ਦਾ ਨਾਮ ਸਾਹਮਣੇ ਆਇਆ ਉਸ ਮੰਤਰੀ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਹਾਲਾਂਕਿ ਕਹਿ ਸਕਦੇ ਹਾਂ ਕਿ ਸਰਕਾਰ ਇਸ ਵੇਲੇ ਸਵਾਲਾਂ ਦੇ ਘੇਰੇ 'ਚ ਘਿਰੀ ਹੋਈ ਹੈ। ਕਿਹੜਾ ਵਿਵਾਦ ਹੈ ਉਹ ਜਾਣਨਾ ਜ਼ਰੂਰੀ ਹੈ ਕਿਉਂਕਿ ਸਵਾਲ ਚੁੱਕਿਆ ਗਿਆ ਹੈ ਜੇ ਮੰਤਰੀ ਅਜੇ ਵੀ ਮੰਤਰੀ ਪਦ ਦੇ ਅਹੁਦੇ ਦੇ ਉੱਤੇ ਬੈਠਾ ਆ ਤੇ ਉਸ ਨੂੰ ਲੈ ਕੇ ਕਾਰਵਾਈ ਕਿਸ ਤਰ੍ਹਾਂ ਹੋ ਸਕਦੀ ਹੈ। ਇੱਕ SIT ਦੀ ਟੀਮ ਜਿਹਦੇ ਵਿੱਚ SSP ਰੈਂਕ ਦੇ ਅਧਿਕਾਰੀ ਨੇ ਉਹ ਕਿਸ ਤਰ੍ਹਾਂ ਇੱਕ ਮੰਤਰੀ ਦੀ ਜਾਂਚ ਕਰ ਸਕਦੇ ਨੇ। ਇਹਦੇ ਤੇ ਸਵਾਲ ਖੜੇ ਹੋ ਰਹੇ ਨੇ ਕਿ ਜਦੋਂ ਮੰਤਰੀ ਸਾਹਿਬ SIT ਦੇ ਕੋਲ ਪਹੁੰਚਣਗੇ ਤਾਂ ਕੀ SIT ਦੇ ਜਿਹੜੇ ਅਧਿਕਾਰੀ ਨੇ ਉਹ ਮੰਤਰੀ ਸਾਹਿਬ ਨੂੰ ਖੜ ਕੇ ਸਲੂਟ ਨਹੀਂ ਮਾਰਨਗੇ? ਕੀ ਮੰਤਰੀ ਸਾਹਿਬ ਦੀ ਜੀ ਹਜ਼ੂਰੀ ਨਹੀਂ ਕੀਤੀ ਜਾਵੇਗੀ? ਕੀ ਮੰਤਰੀ ਸਾਹਿਬ ਨੂੰ ਲੈ ਕੇ ਇਹ ਚਰਚਾ ਨਹੀਂ ਬਣੇਗੀ ਕਿ SIT ਅਧਿਕਾਰੀ ਉਹਨਾਂ ਦੇ ਅੰਡਰ ਨੇ, ਉਹਨਾਂ ਦੇ ਹੇਠਲੇ ਪਦ ਤੇ ਨੇ ਔਰ ਉਹਨਾਂ ਦੀ ਜੀ ਹਜ਼ੂਰੀ ਨਹੀਂ ਕਰਨਗੇ? ਇਸ ਉੱਤੇ ਚਰਚਾ ਬਣੀ ਹੋਈ ਹੈ ਕਿ ਇੱਕ ਮੰਤਰੀ ਬਿਨਾਂ ਪਰਚਾ ਦਰਜ ਕੀਤੇ ਕਿੱਦਾਂ ਇੱਕ SIT ਦੇ ਸਾਹਮਣੇ ਪੇਸ਼ ਹੋ ਸਕਦਾ ਹੈ ਤੇ ਬਿਨਾਂ ਆਪਣੇ ਅਹੁਦੇ ਤੋਂ ਬਰਖਾਸਤ ਹੋਏ ਕਿਵੇਂ ਇੱਕ SIT ਦੇ ਅੱਗੇ ਪੇਸ਼ ਹੋ ਸਕਦਾ ਹੈ। ਇੱਕ ਮੰਤਰੀ ਰਹਿੰਦੇ ਹੋਏ ਕਿਸ ਤਰ੍ਹਾਂ ਜਾਂਚ ਕੀਤੀ ਜਾ ਸਕਦੀ ਹੈ? ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਲੋਕਾਂ ਦੇ ਵਿੱਚ, ਜਿਹੜੇ ਸਿਆਸੀ ਪੰਡਿਤ ਨੇ ਉਹਨਾਂ ਦੇ ਵਿੱਚ ਤੇ ਖਾਸ ਕਰਕੇ ਵਿਰੋਧੀਆਂ ਦੇ ਵਿੱਚ ਜਿਹੜੇ ਸਵਾਲ ਨੇ ਉਹ ਭਖਦੇ ਪਏ ਨੇ। ਇਹਨਾਂ ਸਵਾਲਾਂ ਦਾ ਉਬਾਲ ਜਿਹੜਾ ਹੈ ਉਹ ਇਸ ਹੱਦ ਤੱਕ ਪਹੁੰਚ ਗਿਆ ਕਿ ਹੁਣ SIT ਦੇ ਗਠਨ ਦੇ ਉੱਤੇ ਸਵਾਲ ਖੜੇ ਹੋਣ ਲੱਗੇ ਨੇ ਕਿ ਇੱਕ ਪਾਸੇ ਤਾਂ ਪੰਜਾਬ ਕੈਬਨਿਟ ਦੇ ਮੰਤਰੀ ਨੇ ਉਹ ਮੰਤਰੀ ਪਦ ਤੇ ਸੁਸ਼ੋਭਿਤ ਨੇ, ਦੂਜੇ ਪਾਸੇ SIT ਦਾ ਗਠਨ ਹੈ, ਸਮਨ ਕੀਤਾ ਜਾਵੇਗਾ। ਸਮਨ ਕਰਨ ਤੋਂ ਬਾਅਦ ਮੰਤਰੀ ਦੇ ਨਾਲ ਕਿਸ ਤਰ੍ਹਾਂ ਪੁੱਛਗਿੱਛ ਹੋਵੇਗੀ? ਕਿਸ ਤਰ੍ਹਾਂ ਇੱਕ ਮੰਤਰੀ ਨੂੰ ਸਾਹਮਣੇ ਲਿਆ ਕੇ SIT ਦੇ ਅਧਿਕਾਰੀ ਪੁੱਛਗਿੱਛ ਕਰਨਗੇ ਜਿਹੜੇ ਆਪ SSP ਰੈਂਕ ਦੇ ਨੇ, ਆਪ ਗੁਰਦਾਸਪੁਰ ਪਠਾਨਕੋਟ ਰੈਂਕ ਦੇ SSP ਨੇ, ਤੇ ਉਹ ਕਿਸ ਤਰ੍ਹਾਂ ਸਵਾਲ ਜਵਾਬ ਕਰ ਸਕਦੇ ਨੇ? ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਇਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ ਗੁਰਦਾਸਪੁਰ SSP ਤੇ ਪਠਾਨਕੋਟ SSP ਨੂੰ ਸਿਫਾਰਿਸ਼ ਦੇ ਤੌਰ ਤੇ ਲਗਾਇਆ ਹੋਵੇ। ਇਹ ਵੀ ਸਵਾਲ ਜਿਹੜੇ ਨੇ ਉਹ ਕਿਤੇ ਨਾ ਕਿਤੇ ਖੜਦੇ ਨਜ਼ਰ ਆ ਰਹੇ ਨੇ ਪਰ ਪੁਖਤਾ ਜਾਣਕਾਰੀ ਕੋਈ ਸਾਹਮਣੇ ਨਹੀਂ ਆ ਰਹੀ। ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾ ਅਜੇ ਵੀ ਬਣੀ ਹੋਈ ਹੈ ਕਿ ਆਖਿਰਕਾਰ ਜਿਹੜੇ ਅਧਿਕਾਰੀ ਨੇ ਉਹ ਕੌਣ ਨੇ ਜਾਂ ਫਿਰ ਦੂਜੇ ਪਾਸੇ ਜਿਹੜੇ ਮੰਤਰੀ ਨੇ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਉਹ ਮੰਤਰੀ ਹੈ ਵੀ ਨੇ ਜਾਂ ਫਿਰ ਨਹੀਂ। ਪਰ ਇੱਕ ਪਾਸੇ ਸੂਤਰਾਂ ਮੁਤਾਬਕ ਇਹ ਵੀ ਕਹਿ ਦਿੱਤਾ ਗਿਆ ਕਿ ਰਿਪੋਰਟ ਸਾਹਮਣੇ ਆ ਗਈ ਹੈ, ਵਿਜੀਲੈਂਸ ਦੀ ਰਿਪੋਰਟ ਸੌਂਪੀ ਗਈ ਸੀ, 3 ਦਿਨਾਂ ਦੇ ਵਿੱਚ ਰਿਪੋਰਟ ਦੀ ਆਉਣੀ ਸੀ, ਰਿਪੋਰਟ ਜਾਂਚ ਹੋਣ ਤੋਂ ਬਾਅਦ ਆਉਣੀ ਸੀ ਤੇ ਰਿਪੋਰਟ ਦੇ ਵਿੱਚ ਸੂਤਰਾਂ ਮੁਤਾਬਕ ਇਹ ਕਹਿ ਦਿੱਤਾ ਗਿਆ ਹੈ ਕਿ ਇਸ ਰਿਪੋਰਟ ਦੇ ਵਿੱਚ ਕੋਈ ਵੀ ਟੈਂਪਰਿੰਗ ਨਹੀਂ ਕੀਤੀ ਗਈ, ਕਿਸੇ ਤਰ੍ਹਾਂ ਦੀ ਛੇੜਛਾੜ ਇਹਨਾਂ ਵੀਡੀਓਜ਼ ਦੇ ਵਿੱਚ ਨਹੀਂ ਕੀਤੀ ਗਈ। 2 ਵੀਡੀਓਜ਼ ਦਾ ਨਾਮ ਦੱਸਿਆ ਗਿਆ ਤੇ ਇਹਨਾਂ ਵੀਡੀਓਜ਼ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਕੁਝ ਵੀ ਸਾਹਮਣੇ ਆਏਗਾ ਤੁਹਾਨੂੰ ਦੱਸਦੇ ਰਵਾਂਗੇ ਪਰ ਲਗਾਤਾਰ ਇਹ ਚਰਚਾ ਬਣੀ ਹੋਈ ਹੈ ਕਿ ਆਖਿਰਕਾਰ ਕਿਹੜੇ ਮੰਤਰੀ ਨੇ ਇਹ ਵੀਡੀਓਜ਼ ਬਣਾਈਆਂ ਨੇ, ਕਿਹੜੇ ਮੰਤਰੀ ਦੇ ਫੋਨਸ ਵਿੱਚ ਇਹ ਵੀਡੀਓ ਬਣੀਆਂ ਨੇ ਤੇ ਕਿੱਦਾਂ ਸੁਖਪਾਲ ਖਹਿਰਾ ਕੋਲ ਪਹੁੰਚੀਆਂ। ਸੁਖਪਾਲ ਖਹਿਰਾ ਨੇ ਬਨਵਾਰੀ ਲਾਲ ਪੁਰੋਹਿਤ ਰਾਜਪਾਲ ਨੂੰ ਸੌਂਪ ਦਿੱਤੀਆਂ ਤੇ ਇਸ ਤੋਂ ਬਾਅਦ SIT ਦਾ ਕੀ ਰੋਲ ਹੈ ਇਹ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਤਾਂ SIT ਦਾ ਗਠਨ ਹੋ ਗਿਆ, SIP ਬਣਾ ਦਿੱਤੀ ਗਈ, SIT ਦੇ ਵਿੱਚ SSP ਲੈਵਲ ਦੇ ਅਧਿਕਾਰੀ ਨੇ ਔਰ ਦੂਜੇ ਪਾਸੇ ਪੁੱਛਗਿੱਛ ਹੋਵੇਗੀ ਕੈਬਨਿਟ ਮੰਤਰੀ ਦੀ ਔਰ ਉਹ ਕਿਸ ਤਰ੍ਹਾਂ ਹੋਵੇਗੀ। ਇਸ ਉੱਤੇ ਚਰਚਾ ਬਣੀ ਹੋਈ ਹੈ ਕਿ ਕਿਸ ਤਰ੍ਹਾਂ SSP ਰੈਂਕ ਦੇ ਅਧਿਕਾਰੀ ਇੱਕ ਕੈਬਨਿਟ ਮਿਨਿਸਟਰ ਦੀ ਪੁੱਛ ਪੜਤਾਲ ਕਰਨਗੇ, ਉਸ ਤੋਂ ਬਾਅਦ ਅਹੁਦੇ ਤੇ ਸੁਸ਼ੋਭਿਤ ਕੈਬਨਿਟ ਮੰਤਰੀ ਦੀ ਪੁੱਛ ਪੜਤਾਲ ਹੋਣ ਤੋਂ ਬਾਅਦ ਵੀ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ। ਹਾਲਾਂਕਿ ਮੰਗ ਹੋ ਰਹੀ ਸੀ ਕਿ ਬਰਖਾਸਤਗੀ ਹੋ ਜਾਵੇ, ਰੈਜ਼ਿਗਨੇਸ਼ਨ ਦੇ ਦਿੱਤਾ ਜਾਵੇ, ਜਿਹੜਾ ਮੰਤਰੀ ਵਿੱਚ ਸ਼ਾਮਿਲ ਆ ਉਸ ਮੰਤਰੀ ਵੱਲੋਂ ਰੈਜ਼ਿਗਨੇਸ਼ਨ ਸੌਂਪ ਦਿੱਤਾ ਜਾਵੇ। ਮਨਜਿੰਦਰ ਸਿਰਸਾ ਤੋਂ ਤਾਂ ਇੱਥੋਂ ਤੱਕ ਟਵੀਟ ਪਾ ਦਿੱਤਾ ਗਿਆ ਕਿ
ਜਿਹੜੀ ਰੈਜ਼ਿਗਨੇਸ਼ਨ ਲੈਟਰ ਹੈਗੀ ਹੈ ਉਹ ਦੇ ਦਿੱਤੀ ਗਈ ਹੈ ਸੀਐਮ ਭਗਵੰਤ ਮਾਨ ਨੂੰ। ਹਾਲਾਂਕਿ ਸੀਐਮ ਭਗਵੰਤ ਮਾਨ ਨੇ ਇਸ ਗੱਲ ਤੋਂ ਨਾਕਾਰਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਦੇ ਕੋਲ ਕੋਈ ਵੀ ਇਹੋ ਜਿਹਾ ਰੈਜ਼ਿਗਨੇਸ਼ਨ ਨਹੀਂ ਆਇਆ ਔਰ ਨਾ ਹੀ ਉਹਨਾਂ ਦਾ ਕੋਈ ਕੈਬਨਿਟ ਮਿਨਿਸਟਰੀ ਇਸ ਦੇ ਵਿੱਚ ਮਿਲਿਆ ਹੋਇਆ। ਇਹੋ ਜਿਹਾ ਬਿਆਨ ਵੀ ਸੀਐਮ ਤੇ ਨਾਲ ਦੇ ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਦਿੰਦੇ ਦਿਖਾਈ ਦੇ ਰਹੇ ਸੀ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਚਰਚਾ ਬੜੀ ਹੋਈ ਹੈ ਕਿ ਆਖਿਰਕਾਰ ਐਸਆਈਟੀ ਕਿਸ ਤਰ੍ਹਾਂ ਕਾਰਵਾਈ ਕਰੇਗੀ, ਕਿਸ ਤਰ੍ਹਾਂ ਐਸਆਈਟੀ ਦਾ ਪ੍ਰੋਟੋਕਾਲ ਹੋਵੇਗਾ, ਕੀ ਪ੍ਰੋਸੀਜਰ ਹੋਵੇਗਾ ਔਰ ਇਸ ਮਾਮਲੇ ਨੂੰ ਲੈ ਕੇ ਜਾਂਚ ਕਿਸ ਹੱਦ ਤੱਕ ਪਹੁੰਚੇਗੀ। ਜੋ ਕੁਝ ਵੀ ਸਾਹਮਣੇ ਆਏਗਾ ਸੂਤਰਾਂ ਦੇ ਹਵਾਲੇ ਤੋਂ ਤੁਹਾਨੂੰ ਦੱਸ ਰਹੇ ਹਾਂ, ਜੋ ਕੁਝ ਵੀ ਸਾਹਮਣੇ ਆਏਗਾ ਤੁਹਾਨੂੰ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਨਾਲ। Subscribe to One India channel and never miss an update.